ਮੇਰੇ ਦਿਲ 'ਚ ਖਿਆਲ ਇਹ ਸੀ ਕਿ ਇਹ ਮੇਰੇ ਨਾਲ ਮਜ਼ਾਕ ਕਰ ਦੇਣ ਪਏ, ਲੇਕਿਨ ਉਹਨਾਂ ਸਲਫ ਮਾਰਿਆ ਗੱਡੀ ਨੂੰ ਤੇ ਉਹ ਸੁਜ਼ੂਕੀ ਲੈ ਕੇ ਆਪਣੀ ਚਲੇ ਗਏ, ਦਰੀਆਂ ਲੈ ਕੇ ਚਲੇ ਗਏ। ਮੈਂ ਬੜਾ ਪਰੇਸ਼ਾਨ ਹੋਇਆ, ਸੋਚਦੇ ਰਹੇ, ਅੱਲਾ ਅੱਗੇ ਦੁਆ ਕਰਦੇ ਰਹੇ ਕਿ ਯਾ ਅੱਲਾ ਰਿਜ਼ਕ ਦੀ ਤਲਾਸ਼ ਵਿੱਚ ਆਏ ਹਾਂ, ਰਿਜ਼ਕ ਦੇ ਇਜ਼ਾਫੇ ਵਾਸਤੇ ਕਿਤਲੇ ਇਸ ਤਰ੍ਹਾਂ ਨਾ ਹੋ ਜਾਏ ਕਿ ਰਿਜ਼ਕ ਦੇ ਇਜ਼ਾਫੇ ਵਾਸਤੇ ਆਏ ਹਾਂ ਤੇ ਰਿਜ਼ਕ ਬਿਲਕੁਲ ਰਵੇ ਹੀ ਨਾ। ਤੇ ਅਚਾਨਕ 4-5 ਦਿਨ ਤੋਂ ਬਾਅਦ ਵੇਖਦੇ ਹਾਂ ਕਿ ਅਚਾਨਕ ਉਹ ਗੱਡੀ ਆ ਕੇ ਸਾਡੇ ਸਾਹਮਣੇ ਦੁਕਾਨ ਤੇ ਰੁਕਦੀ ਏ ਤੇ ਉਹੀ ਬੰਦਾ ਜਿਹੜਾ ਪੰਜਾਬੀ ਸੀ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਅੱਗੇ ਦੁਆ ਹੈ ਕਿ ਤੁਸੀਂ ਸਾਰੇ ਦੋਸਤ ਸਿਹਤ ਤੋਂ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਗੁਜ਼ਾਰੋ। ਦੋਸਤੋ ਅੱਜ ਜਿਹੜੀ ਮੈਂ ਸਟੋਰੀ ਤੁਹਾਡੇ ਨਾਲ ਬਿਆਨ ਕਰਨਾ ਚਾਹ ਰਿਹਾ ਉਹਦੇ ਵਿੱਚ ਇੱਕ ਮੈਸੇਜ ਹੈ, ਇੱਕ ਪੈਗਾਮ ਹੈ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹ ਰਿਹਾ। ਉਹ ਪੈਗਾਮ ਕੀ ਹੈ? ਉਹ ਪੈਗਾਮ ਇਹ ਵੇ ਕਿ ਅੱਲਾਹ ਤਾਲਾ ਨੇ ਇਨਸਾਨ ਨੂੰ ਇਹ ਹੁਕਮ ਦਿੱਤਾ ਹੈ ਕਿ ਤੇਰਾ ਅਗਰ ਰਿਜ਼ਕ ਇਸ ਜਗ੍ਹਾ ਦੇ ਉੱਤੇ ਕੁਸ਼ਾਦਾ ਨਹੀਂ ਹੋ ਰਿਹਾ, ਜਿਸ ਜਗ੍ਹਾ ਦੇ ਉੱਤੇ ਤੂੰ ਆਪਣਾ ਰਿਜ਼ਕ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਤੂੰ ਹਿਜਰਤ ਕਰ ਜਾ। ਇਸੇ ਸਿਲਸਿਲੇ ਦੇ ਵਿੱਚ ਮੈਂ ਅੱਜ ਦੀ ਸਟੋਰੀ ਬਿਆਨ ਕਰ ਰਿਹਾ। ਨਵੇਂ ਆਉਣ ਵਾਲਿਆਂ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ, ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਇਹ ਵੀਡੀਓ ਬਿਆਨ ਕਰਨ ਦਾ ਜਿਹੜਾ ਮਕਸਦ ਹੈ, ਸਟਾਰਟ ਹੈ ਮੈਂ ਥੋੜਾ ਜਿਹਾ ਦੱਸਿਆ ਤੇ ਹੈ, ਲੇਕਿਨ ਜਿਹੜੀ ਅਸਲ ਗੱਲ ਹੈ ਉਹ ਅੱਗੇ ਜਾ ਕੇ ਜਦੋਂ ਸਟੋਰੀ ਸ਼ੁਰੂ ਕਰਾਂਗੇ, ਅੱਗੇ ਜਾ ਕੇ ਤੁਹਾਨੂੰ ਉਹ ਸਾਰੀ ਸਮਝ ਆਏਗੀ ਕਿ ਇਹ ਮਕਸਦ ਜਿਹੜਾ ਹੈ ਅੱਲਾਹ ਤਾਲਾ ਨੇ ਜਿਹੜਾ ਹੁਕਮ ਦਿੱਤਾ ਹੈ ਇਨਸਾਨ ਨੂੰ ਹਿਜਰਤ ਕਰਨ ਦਾ, ਉਹਦਾ ਫਾਇਦਾ ਕੀ ਹੁੰਦਾ ਹੈ, ਉਹਦੇ 'ਚ ਨੁਕਸਾਨ ਹੁੰਦਾ ਹੈ ਕਿ ਨਹੀਂ ਹੁੰਦਾ। ਉਹਦੇ ਵਾਸਤੇ ਤੁਹਾਡੀ ਨੀਅਤ ਦਾ ਪਾਏਦਾਰ ਔਰ ਅੱਲਾਹ ਤੇ ਯਕੀਨ ਮੁਕੰਮਲ ਹੋਣਾ ਚਾਹੀਦਾ। ਯਕੀਨ ਕਿੰਨਾ ਕੁ ਅੱਲਾਹ ਤਾਲਾ ਦੇ ਉੱਤੇ ਹੋਣਾ ਚਾਹੀਦਾ ਕਿ ਜਿਹੜੇ ਹੁਕਮ ਦੇ ਨਾਲ ਤੁਸੀਂ ਹਿਜਰਤ ਕੀਤੀ ਹੈ ਆਪਣੇ ਰਿਜ਼ਕ ਦੀ ਕੁਸ਼ਾਦਗੀ ਵਾਸਤੇ, ਉਹ ਹਰ ਵਕਤ ਤੁਹਾਡਾ ਉਸ ਦੇ ਉੱਤੇ ਯਕੀਨ ਰਹਿਣਾ ਚਾਹੀਦਾ, ਤਾਂ ਹੀ ਜਾ ਕੇ ਤੁਹਾਨੂੰ ਆਪਣੀ ਮੰਜ਼ਿਲ ਔਰ ਤੁਹਾਡਾ ਰਿਜ਼ਕ ਕੁਸ਼ਾਦਾ ਹੋਏਗਾ। ਮੈਂ ਇਸ ਯਕੀਨ ਦੇ ਨਾਲ ਹਿਜਰਤ ਕਰਕੇ 21 ਸਾਲ ਦੀ ਉਮਰ ਵਿੱਚ ਕਰਾਚੀ ਚਲਾ ਗਿਆ। ਚੰਦ ਦਿਨ ਗੁਜ਼ਰੇ ਸਨ ਦੁਕਾਨਦਾਰੀ ਸ਼ੁਰੂ ਕੀਤਿਆਂ, ਬਿਜ਼ਨਸ ਸ਼ੁਰੂ ਕੀਤਿਆਂ, ਤੇ ਮੈਨੂੰ ਇੱਕ ਦੋਸਤ ਮਿਲਿਆ, ਬੇਰੁਜ਼ਗਾਰ ਸੀ, ਸਾਡੇ ਪੰਜਾਬ ਦਾ ਬੰਦਾ ਸੀ ਉਹ। ਮੈਂ ਉਹਨੂੰ ਦੋਸਤ ਕਹਿ ਦਿੱਤਾ, ਲੇਕਿਨ ਹੈ ਉਹ ਮੇਰੇ ਤੋਂ ਵੱਡੀ ਉਮਰ ਦਾ ਸੀ। ਮੈਂ ਉਸ ਵਕਤ 21 ਸਾਲ ਦੀ ਉਮਰ ਦਾ ਸਾਂ, ਲੇਕਿਨ ਉਹ ਬੰਦਾ ਤਕਰੀਬਨ 45 ਸਾਲ ਜਾਂ 50 ਸਾਲ ਦੀ ਉਮਰ ਦਾ ਸੀ। ਉਹ ਮੇਰੇ ਕੋਲ ਇਸ ਗਰਜ਼ ਨਾਲ ਆਇਆ, ਇਸ ਆਸ ਨਾਲ ਆਇਆ ਕਿ ਮੈਂ ਨਵਾਂ ਬੰਦਾ ਵਾਂ, ਮੈਨੂੰ ਬੰਦੇ ਦੀ ਜ਼ਰੂਰਤ ਹੈ ਤੇ ਉਹਨੂੰ ਰੋਟੀ ਰੋਜ਼ੀ ਦੀ ਜ਼ਰੂਰਤ ਸੀ, ਰੋਜ਼ਗਾਰ ਦੀ ਜ਼ਰੂਰਤ ਸੀ। ਉਹ ਮੇਰੇ ਨਾਲ ਸ਼ਾਮਲ ਹੋ ਗਿਆ ਤੇ ਅਸੀਂ ਇੱਕ ਤਰੀਕਾ ਬਣਾਇਆ ਕਿ ਅਸੀਂ ਆਪਣੀ ਦੁਕਾਨ ਦੀ, ਆਪਣੇ ਬਿਜ਼ਨਸ ਦੀ ਐਡਵਰਟਾਈਜ਼ਿੰਗ ਵਾਸਤੇ ਜਾਂ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ, ਸ਼ਹਿਰ ਸ਼ਹਿਰ, ਮਹੱਲੇ ਮਹੱਲੇ, ਇਲਾਕੇ ਇਲਾਕੇ ਜਾਣਾ ਸ਼ੁਰੂ ਕਰ ਦਿੱਤਾ ਔਰ ਆਪਣੇ ਬਿਜ਼ਨਸ ਦੇ ਮੁਤਲਕਾ ਦੁਕਾਨਾਂ ਦੇ ਉੱਤੇ ਆਪਣੇ ਐਡਰੈਸ ਦੇ ਜਿਹੜੇ ਕਾਰਡ ਅਸੀਂ ਛਪਵਾਏ ਸਨ ਉਹ ਦੇਣੇ ਸ਼ੁਰੂ ਕਰ ਦਿੱਤੇ ਔਰ ਨਾਲ ਆਪਣੇ ਬਾਰੇ 'ਚ ਦੱਸਿਆ, ਕੋਸ਼ਿਸ਼ ਕਰਨੀ ਕਿ ਇਸ ਦੁਕਾਨ ਤੋਂ ਸਾਨੂੰ ਆਰਡਰ ਮਿਲ ਜੇ। ਸਾਡਾ ਦਰੀ ਦਾ ਬਿਜ਼ਨਸ ਸੀ, ਉਹਦੇ ਹਵਾਲੇ ਦੇ ਨਾਲ ਹੀ ਅਸੀਂ ਉੱਥੇ ਦੀਆਂ ਜਿਹੜੀਆਂ ਡੈਕੋਰੇਸ਼ਨ ਦੀਆਂ ਦੁਕਾਨਾਂ ਸਨ ਉਹਨਾਂ ਦੇ ਉੱਤੇ ਚਲੇ ਜਾਂਦੇ ਸਾਂ। ਇੱਕ ਦਿਨ ਅਸੀਂ ਕਰਾਚੀ ਸ਼ਹਿਰ ਤੋਂ ਬਾਹਰ ਬਲੋਚਿਸਤਾਨ ਦਾ ਇਲਾਕਾ ਹੈ, ਹੱਬ ਚੌਕੀ ਜਿਹਨੂੰ ਕਹਿੰਦੇ ਨੇ, ਉੱਥੇ ਚਲੇ ਗਏ। ਹੱਬ ਚੌਕੀ ਸ਼ਹਿਰ ਤੇ ਨਹੀਂ, ਕਸਬਾ ਉਹਨੂੰ ਕਹਿ ਸਕਦੇ ਹੋ, ਲੇਕਿਨ ਆਬਾਦੀ
ਉਹਦੀ ਥੋੜ੍ਹੀ ਥੋੜ੍ਹੀ ਫੈਲੀ ਹੋਈ ਸੀ, ਕਿਉਂਕਿ ਪਹਾੜੀ ਇਲਾਕਾ ਹੈ, ਜਿਹਦੀ ਵਜ੍ਹਾ ਤੋਂ ਉਹਦੀ ਸ਼ਹਿਰਾਂ ਵਰਗੀ ਆਬਾਦੀ ਨਹੀਂ ਸੀ। ਥੋੜ੍ਹੇ ਥੋੜ੍ਹੇ ਮਤਲਬ ਵਕਫੇ ਦੇ ਉੱਤੇ ਮਕਾਨ ਬਣੇ ਹੋਏ ਸਨ। ਅਸੀਂ ਸਾਰੇ ਪਿੰਡ ਦਾ ਵਿਜ਼ਿਟ ਕੀਤਾ ਅਤੇ ਸਾਨੂੰ ਉੱਥੇ ਚੰਦ ਦੁਕਾਨਾਂ ਤੋਂ ਇਲਾਵਾ ਦੁਕਾਨ ਨਾ ਨਜ਼ਰ ਆਈ ਆਪਣੇ ਮੁਤਲਕਾ। ਵੈਸੇ ਤਾਂ ਬੜੀ ਵੱਡੀ ਮਾਰਕੀਟ, ਬੜੀਆਂ ਦੁਕਾਨਾਂ ਹਰ ਕਿਸਮ ਦੀਆਂ, ਲੇਕਿਨ ਜਿਹੜੀ ਸਾਡੀ ਗਰਜ ਸੀ ਉਸ ਗਰਜ ਦੇ ਮੁਤਾਬਕ 2 ਦੁਕਾਨਾਂ ਸਨ ਉਸ ਪੂਰੇ ਸ਼ਹਿਰ ਦੇ ਵਿੱਚ। ਇੱਕ ਦੁਕਾਨ ਦੇ ਨਾਲ ਤੇ ਉਸ ਬੰਦੇ ਦਾ ਪੁਰਾਣਾ ਤਲਕ ਹੈ ਸੀ, ਜਾਂ ਵਾਸਤਾ ਹੈ ਸੀ, ਜਾਂ ਤਾਰਫ ਹੈ ਸੀ ਜਿਹੜਾ ਮੇਰੇ ਨਾਲ ਸੀ। ਔਰ ਦੂਸਰੀ ਦੁਕਾਨ ਸਾਡੇ ਵਾਸਤੇ ਨਵੀਂ ਸੀ। ਉਹਨਾਂ ਲੋਕਾਂ ਨੂੰ ਅਸੀਂ ਨਹੀਂ ਹਾਂ ਜਾਣਦੇ। ਉਹ ਹੈ ਵੀ ਬਲੋਚ ਸਨ, ਬਲੋਚ ਕੌਮ ਦੇ ਸਨ, ਬਲੋਚਿਸਤਾਨ ਦੇ ਸਨ, ਲੇਕਿਨ ਉਹਨਾਂ ਕੋਲ ਇੱਕ ਮੁਲਾਜ਼ਮ ਸੀ ਜਿਹੜਾ ਪੰਜਾਬੀ ਸੀ, ਸਮਝ ਲਓ ਜਿਹੜਾ ਮੇਨ ਉਹਨਾਂ ਦਾ ਬੰਦਾ ਸੀ ਦੁਕਾਨ ਦਾ। ਲੇਕਿਨ ਸਾਡੇ ਨਾਲ ਉਹਦਾ ਤਲਕ ਇਸ ਤਰ੍ਹਾਂ ਦਾ ਨਹੀਂ ਸੀ ਕਿ ਸਾਡੀ ਜਾਣ ਪਛਾਣ ਹੋਵੇ, ਜਾਂ ਇਲਾਕਾ ਵਾਈਜ਼ ਪਹਿਚਾਣ ਹੋਵੇ, ਜਾਂ ਵੈਸੇ ਕੋਈ ਤਲਕ ਹੋਵੇ। ਅਸੀਂ ਉਹਨਾਂ ਨੂੰ ਆਪਣਾ ਕਾਰਡ ਦੇ ਕੇ ਤੇ ਚਲੇ ਆਏ, ਲੇਕਿਨ ਸਾਨੂੰ ਉਹਨਾਂ ਆਰਡਰ ਨਾ ਦਿੱਤਾ। ਚੰਦ ਦਿਨ ਗੁਜ਼ਰੇ ਤੇ ਉਹ ਸਾਡੇ ਕਾਰਡ ਦੇ ਮੁਤਾਬਕ ਸਾਡੀ ਦੁਕਾਨ ਤੇ ਆ ਗਏ। ਆ ਕੇ ਉਹਨਾਂ ਨੇ ਸਾਡੇ ਨਾਲ ਮਾਲ ਦੇ ਬਾਰੇ ਗੁਫ਼ਤਗੂ ਕੀਤੀ। ਗੁਫ਼ਤਗੂ ਕਰਨ ਦੇ ਦੌਰਾਨ ਸਾਡੀ ਉਹਨਾਂ ਦੀ ਗੱਲ ਤੈਅ ਹੋ ਗਈ। ਉਹਨਾਂ ਨੂੰ ਜਿੰਨੀਆਂ ਦਰੀਆਂ ਚਾਹੀਦੀਆਂ ਹਨ, ਜਦੋਂ ਬਿੱਲ ਬਣਵਾ ਲਿਆ ਉਹਨਾਂ ਸਾਡੇ ਕੋਲੋਂ, ਤੇ ਉਸ ਤੋਂ ਬਾਅਦ ਉਹਨਾਂ ਆਪਣੀ ਗੱਡੀ ਕਰੀਬ ਕੀਤੀ ਜਿਹੜੀ ਉਹ ਲੈ ਕੇ ਆਏ ਸਨ, ਸੁਜ਼ੂਕੀ ਲੋਡਿੰਗ ਸੁਜ਼ੂਕੀ, ਜਿਹੜੀ ਉਹਨਾਂ ਦੀ ਦੁਕਾਨ ਦੀ ਸੀ। ਉਹਦੇ ਉੱਤੇ ਨੇਮ ਪਲੇਟ ਵੀ ਉਹਨਾਂ ਦੀ ਲੱਗੀ ਸੀ, ਦੁਕਾਨ ਦੀ ਐਡਰੈਸ ਲਿਖਿਆ ਸੀ ਸਾਰਾ, ਤੇ ਉਹਦੇ ਤੇ ਉਹਨਾਂ ਦਰੀਆਂ ਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਸਾਡੇ ਦਿਲ 'ਚ ਇਹ ਖਿਆਲ ਆਉਂਦਾ ਸੀ ਪਿਆ ਕਿ ਸ਼ਾਇਦ ਇਹ ਦਰੀਆਂ ਲੋਡ ਕਰਨ ਤੋਂ ਬਾਅਦ ਸਾਨੂੰ ਪੇਮੈਂਟ ਕਰ ਦੇਣਗੇ। ਲੇਕਿਨ ਜਿਸ ਤਰ੍ਹਾਂ ਹੀ ਉਹਨਾਂ ਲੋਡ ਕਰ ਲਈਆਂ, ਬੰਨ੍ਹ ਲਈਆਂ ਦਰੀਆਂ ਆਪਣੀ ਗੱਡੀ ਦੇ ਉੱਤੇ, ਤੇ ਮੈਨੂੰ ਕਹਿੰਦਾ ਭਾਈ ਉਹ ਪੰਜਾਬੀ ਜਿਹੜਾ ਸੀ ਕਿ ਭਾਈ ਜੀ ਚੰਗਾ ਜੀ, ਫਿਰ ਸਾਨੂੰ ਇਜਾਜ਼ਤ ਦਿਓ ਅਸੀਂ ਜਾਈਏ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਪੈਸੇ ਤਾਂ ਤੁਸੀਂ ਦਿੱਤੇ ਹੀ ਨਹੀਂ। ਤੇ ਉਹਨਾਂ ਕਿਹਾ ਕਿ ਪੈਸੇ ਦੇ ਲਾਂਗੇ, ਤੁਸੀਂ ਸਾਡੇ ਤੋਂ ਪਰੇਸ਼ਾਨ ਨਾ ਹੋਵੋ, ਅਸੀਂ ਪੈਸੇ ਤੁਹਾਨੂੰ ਦਿਆਂਗੇ। ਤੇ ਨਾਲੇ ਅਸੀਂ ਪੈਸੇ ਲੈ ਕੇ ਨਹੀਂ ਸਾਂ ਆਏ, ਦਰੀਆਂ ਤੇ ਅਸੀਂ ਲੈਣ ਆਏ ਸਾਂ, ਲੇਕਿਨ ਅਸੀਂ ਪੈਸੇ ਨਹੀਂ ਆਏ ਲੈ ਕੇ ਆਏ, ਇਸ ਲਈ ਕਿ ਸਾਨੂੰ ਹੋਰੇ ਦੁਕਾਨ ਲੱਭਣੀ ਹੈ ਜਾਂ ਨਹੀਂ ਲੱਭਣੀ, ਜਾਂ ਅਸਾਂ ਉਸੇ ਦੁਕਾਨ 'ਤੇ ਜਾਣਾ ਹੈ ਜਿਨ੍ਹਾਂ ਨਾਲ ਸਾਡਾ ਉਧਾਰ ਚੱਲਦਾ ਹੈ। ਤੇ ਇਸ ਲਿਹਾਜ਼ ਨਾਲ ਅਸੀਂ ਨਹੀਂ ਲੈ ਕੇ ਆਏ, ਤੇ ਹੁਣ ਸਾਨੂੰ ਇਜਾਜ਼ਤ ਦਿਓ ਲੈ ਜਾਈਏ। ਤੇ ਮੈਨੂੰ ਇਹ ਸੀ ਕਿ ਸ਼ਾਇਦ ਮੇਰੇ ਨਾਲ ਮਜ਼ਾਕ ਕਰਦੇ ਨੇ ਪਏ, ਮੁਹਾਵਰਤਨ ਇਹ ਲਫ਼ਜ਼ ਬੋਲ ਦਿੱਤੇ ਕਿ ਠੀਕ ਹੈ ਜਾਓ ਲੈ ਜਾਓ। ਮੇਰੇ ਦਿਲ 'ਚ ਖਿਆਲ ਇਹ ਸੀ ਕਿ ਇਹ ਮੇਰੇ ਨਾਲ ਮਜ਼ਾਕ ਕਰਦੇ ਨੇ ਪਏ, ਲੇਕਿਨ ਉਹਨਾਂ ਸਲਫ ਮਾਰਿਆ ਗੱਡੀ ਨੂੰ, ਤੇ ਉਹ ਸੁਜ਼ੂਕੀ ਲੈ ਕੇ ਆਪਣੀ ਚਲੇ ਗਏ, ਦਰੀਆਂ ਲੈ ਕੇ ਚਲੇ ਗਏ। ਮੈਂ ਬੜਾ ਪਰੇਸ਼ਾਨ ਹੋਇਆ ਕਿ ਬੰਦੇ ਪਤਾ ਨਹੀਂ ਕਿਸ ਤਰ੍ਹਾਂ ਦੇ ਨੇ, ਫਿਰ ਕਰਾਚੀ ਤੋਂ ਬਾਹਰ ਨੇ, ਬਲੋਚਿਸਤਾਨ ਦੇ ਨੇ, ਤੇ ਕੋਈ ਤਲਕ ਨਹੀਂ, ਵਾਸਤਾ ਨਹੀਂ, ਪਤਾ ਨਹੀਂ, ਕਿ ਇਹ ਨਾ ਹੋਵੇ ਕਿ ਸਾਡੇ ਪੈਸੇ ਹੀ ਨਾ ਸਾਨੂੰ ਦੇਣ। ਕਿਉਂਕਿ ਆਮ ਲਫ਼ਜ਼ਾਂ ਦੇ ਵਿੱਚ ਗੱਲ ਜਿਹੜੀ ਹੈ ਸੁਣਨ 'ਚ ਆਉਂਦੀ ਹੈ, ਆਮ ਇਹ ਸ਼ੁਨੀਦ ਹੈ ਕਿ ਲੋਕ ਜਿਹੜੇ ਪੈਸੇ ਲੈ ਜਾਂਦੇ ਨੇ ਮਾਲ, ਉਹ ਪੈਸੇ ਨਹੀਂ ਦਿੰਦੇ, ਖਾਸ ਤੌਰ 'ਤੇ ਜਿਹੜੇ ਦੂਰ ਦਰਾਜ਼ ਦੇ ਇਲਾਕਿਆਂ ਦੇ ਹੁੰਦੇ ਨੇ, ਜਿਨ੍ਹਾਂ ਨਾਲ ਤੁਹਾਡਾ ਰਿਲੇਸ਼ਨ ਨਹੀਂ ਹੁੰਦਾ, ਕਾਰੋਬਾਰੀ ਸਿਲਸਿਲਾ ਅੱਗੇ ਨਹੀਂ ਚੱਲਿਆ ਹੁੰਦਾ। ਮੈਂ ਬੜਾ ਪਰੇਸ਼ਾਨ ਹੋਇਆ। ਮੇਰੀ 80-90 ਹਜ਼ਾਰ ਰੁਪਏ ਦੀ ਸਾਰੀ ਰਾਤ ਸੀ, ਜਿਹਦੇ 'ਚੋਂ 30 ਹਜ਼ਾਰ ਰੁਪਏ ਦੀਆਂ ਦਰੀਆਂ ਉਹ ਲੈ ਗਏ। ਦੁਕਾਨ ਵੀ ਕਾਫੀ ਹਲਕੀ ਲੱਗਣ ਲੱਗ ਪਈ, ਕਿਉਂਕਿ ਸਾਡਾ ਤਰੀਕਾਕਾਰ ਇਹ ਸੀ ਕਿ ਜਿਹੜਾ ਮਾਲ ਵਿਕਦਾ ਸੀ, ਕੈਸ਼ ਵਿਕਦਾ ਸੀ, ਤੇ ਉਹਦੇ ਪੈਸੇ ਅਸੀਂ ਰਿਟਰਨ ਵਾਪਸ ਭੇਜਦੇ ਹੁੰਦੇ ਸਾਂ। ਲੇਕਿਨ ਉਹ ਮਾਲ ਜਾਣ ਦੇ ਨਾਲ ਬੜੀ ਪਰੇਸ਼ਾਨੀ ਹੋਈ। ਸੋਚਦੇ ਰਹੇ, ਅੱਲਾਹ ਅੱਗੇ ਦੁਆ ਕਰਦੇ ਰਹੇ ਕਿ ਯਾ ਅੱਲਾ, ਰਿਜ਼ਕ ਦੀ ਤਲਾਸ਼ ਵਿੱਚ ਆਏ ਹਾਂ, ਰਿਜ਼ਕ ਦੇ ਇਜ਼ਾਫੇ ਵਾਸਤੇ, ਕਿਤੇ ਇਸ ਤਰ੍ਹਾਂ ਨਾ ਹੋ ਜਾਏ ਕਿ ਰਿਜ਼ਕ ਦੇ ਇਜ਼ਾਫੇ ਵਾਸਤੇ ਆਏ ਹਾਂ ਤੇ ਰਿਜ਼ਕ ਬਿਲਕੁਲ ਰਵੇ ਹੀ ਨਾ। ਤੇਰੀ ਰਜ਼ਾ ਬਿਹਤਰ ਹੈ, ਜੋ ਤੂੰ ਚਾਹੁੰਦਾ ਹੈ ਇਨਸਾਨ ਵਾਸਤੇ ਉਹ ਬਿਹਤਰ ਹੁੰਦਾ ਹੈ। ਕਿਉਂਕਿ ਸਾਡਾ ਇਹ ਵੀ ਯਕੀਨ ਹੈ ਕਿ ਰੱਬ ਕਿਸੇ ਇਨਸਾਨ ਦਾ ਦੁਸ਼ਮਣ ਨਹੀਂ। ਇਸ ਤਰ੍ਹਾਂ ਕਰਦਿਆਂ 1-2 ਦਿਨ ਗੁਜ਼ਰ ਗਏ
ਸੋਚਦੇ ਹਾਂ ਤੇ ਅਚਾਨਕ 4-5 ਦਿਨ ਤੋਂ ਬਾਅਦ ਵੇਖਦੇ ਹਾਂ ਕਿ ਅਚਾਨਕ ਉਹ ਗੱਡੀ ਆ ਕੇ ਸਾਡੇ ਸਾਹਮਣੇ ਦੁਕਾਨ ਤੇ ਰੁਕਦੀ ਏ ਤੇ ਉਹ ਹੀ ਬੰਦਾ ਜਿਹੜਾ ਪੰਜਾਬੀ ਸੀ, ਨਾਮ ਮੇਰੇ ਜ਼ਿਹਨ ਵਿੱਚ ਇਸ ਵਕਤ ਨਹੀਂ, ਦੁਕਾਨ ਦਾ ਵੀ ਨਾਂ ਜ਼ਿਹਨ 'ਚ ਨਹੀਂ, ਵਰਨਾ ਉਹ ਨਾਮ ਹੀ ਤੁਹਾਨੂੰ ਦੱਸ ਦੇ ਤੇ ਬੰਦੇ ਦਾ ਨਾਮ ਹੀ ਦੱਸ ਦੇ, ਕਿਉਂਕਿ ਇਹ ਤਕਰੀਬਨ 33 ਸਾਲ ਪੁਰਾਣੀ ਗੱਲ ਸੁਣਾ ਰਿਹਾ ਮੈਂ ਤੁਹਾਨੂੰ। ਮੈਨੂੰ ਅਜੇ ਵੀ ਉਸ ਤਰ੍ਹਾਂ ਹੀ ਯਾਦ ਹੈ ਜਿਸ ਤਰ੍ਹਾਂ ਕਿ ਵਕੂਆ ਜਿਸ ਤਰ੍ਹਾਂ ਵਾਕਿਆ ਹੋਇਆ। ਉਹ ਆ ਕੇ ਪਹਿਲਾ ਲਫ਼ਜ਼ ਉਹਨਾਂ ਬੋਲਿਆ, ਭਾਈ ਜੀ ਪਰੇਸ਼ਾਨ ਤੇ ਨਹੀਂ ਸੋ ਹੋ ਗਏ। ਮੈਂ ਜੀ ਕਿਹੜੀ ਗੱਲ ਤੋਂ, ਕਿਉਂਕਿ ਸਾਡਾ ਤੁਹਾਡਾ ਕੋਈ ਤਲਕ ਨਹੀਂ, ਵਾਸਤਾ ਨਹੀਂ, ਤੇ ਅਸੀਂ ਤੁਹਾਡਾ 30,000 ਦਾ ਮਾਲ ਲੈ ਕੇ ਚਲੇ ਗਏ ਤੇ ਕੀਤਾ ਅਸਾਂ ਮਜ਼ਾਕ ਸੀ, ਲੇਕਿਨ ਉਹਨੂੰ ਅਸਾਂ ਹਕੀਕਤ ਦਾ ਰੂਪ ਦੇ ਦਿੱਤਾ, ਕਿਉਂਕਿ ਪੈਸਿਆਂ ਤੋਂ ਬਗੈਰ ਤੇ ਕੋਈ ਵੀ ਬੰਦਾ ਨਹੀਂ ਆਉਂਦਾ। ਲੇਕਿਨ ਜਦੋਂ ਮਜ਼ਾਕ ਕੀਤਾ ਤੇ ਮਜ਼ਾਕ ਦੇ ਵਿੱਚ ਹੀ ਅਸੀਂ ਚਲੇ ਗਏ। ਦਿਲ 'ਚ ਇਹ ਵੀ ਖਿਆਲ ਆਇਆ ਕਿ ਵੇਖੀਏ ਇੱਕ ਬੰਦਾ ਦਿਲ ਦਾ ਕਿੱਡਾ ਕੁ ਮਜ਼ਬੂਤ ਹੈ, ਇਰਾਦੇ ਦਾ ਕਿੱਡਾ ਕੁ ਮਜ਼ਬੂਤ ਹੈ, ਪਰੇਸ਼ਾਨ ਹੁੰਦਾ ਹੈ ਕਿ ਨਹੀਂ ਹੁੰਦਾ। ਤੇ ਮੈਂ ਉਹਨਾਂ ਨੂੰ ਕਿਹਾ, ਜਨਾਬ ਵਕਤੀ ਤੌਰ 'ਤੇ ਮੈਂ ਪਰੇਸ਼ਾਨ ਤੇ ਹੋਇਆ ਸਾਂ, ਲੇਕਿਨ ਜਿਹੜੇ ਨਜ਼ਰੀਏ ਦੇ ਨਾਲ, ਜਿਹੜੀ ਸੋਚ ਦੇ ਨਾਲ, ਜਿਹੜੇ ਹੁਕਮ ਦੇ ਨਾਲ ਮੈਂ ਕਰਾਚੀ ਸ਼ਹਿਰ ਦੇ ਵਿੱਚ ਕਾਰੋਬਾਰ ਕਰਨ ਆਇਆ ਵਾਂ, ਬਿਜ਼ਨਸ ਕਰਨ ਆਇਆ ਵਾਂ, ਉਸ ਨਜ਼ਰੀਏ 'ਤੇ ਖਲੋਤਾ ਰਿਹਾ ਵਾਂ, ਜਿਹਦੀ ਵਜ੍ਹਾ ਤੋਂ ਵਕਤੀ ਪਰੇਸ਼ਾਨੀ ਹੋਈ 1-2 ਘੰਟਾ, ਲੇਕਿਨ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਦਿਲ ਦੇ ਵਿੱਚੋਂ ਪਰੇਸ਼ਾਨੀ ਖਤਮ ਕਰ ਦਿੱਤੀ। ਉਹ ਦੋਸਤ ਆਏ, ਉਹਨਾਂ ਮੈਨੂੰ ਪੈਸੇ ਦਿੱਤੇ। ਪੈਸੇ ਦੇਣ ਤੋਂ ਬਾਅਦ ਉਹਨਾਂ ਮੈਨੂੰ ਕਿਹਾ ਕਿ ਅਸੀਂ ਸਟੀਲ ਦਾ ਸਮਾਨ ਵੀ ਖਰੀਦਣਾ ਹੈ, ਕਿਉਂਕਿ ਡੈਕੋਰੇਸ਼ਨ ਟੈਂਟ ਸਰਵਿਸ ਦੀ ਦੁਕਾਨ ਸੀ ਉਹਨਾਂ ਦੀ, ਤੇ ਤੁਸੀਂ ਨਾਲ ਸਾਡੇ ਚੱਲੋ, ਅਸੀਂ ਤੁਹਾਨੂੰ ਫਾਇਦਾ ਦੇਣਾ ਚਾਹੁੰਦੇ ਹਾਂ, ਤੁਹਾਨੂੰ ਦੇਖਿਆ ਕਿ ਤੁਸੀਂ ਨੀਅਤ ਦੇ ਚੰਗੇ ਹੋ। ਤੇ ਮੈਂ ਜੀ ਫਾਇਦਾ ਮੈਨੂੰ ਕੀ ਮਿਲੇਗਾ ਤੁਹਾਡੇ ਕੋਲੋਂ? ਉਹਨਾਂ ਆਖਿਆ ਜੀ ਅਸੀਂ ਇਹ ਜਿਹੜਾ ਸਟੀਲ ਦਾ ਸਮਾਨ ਖਰੀਦਦੇ ਆ ਨਾ, ਅਸੀਂ ਹੋਲਸੇਲਰ ਕੋਲ ਜਾਂਦੇ ਹਾਂ ਜਿਹਦੇ ਕੋਲ ਖਰੀਦਣਾ, ਤੇ ਨਾਲ ਤੁਹਾਨੂੰ ਖੜਨਾ ਦਰੀ, ਤੁਹਾਡਾ ਬਿਜ਼ਨਸ ਦਰੀ ਦਾ ਹੈ, ਤੇ ਉਹਨਾਂ ਨੂੰ ਅਸੀਂ ਤੁਹਾਡਾ ਤਾਰਫ ਕਰਾਉਂਦੇ ਹਾਂ। ਇੱਕ ਤੇ ਉਹ ਦੁਕਾਨਦਾਰ ਵੀ ਤੁਹਾਡੇ ਨਾਲ ਜੁੜ ਜਾਏਗਾ, ਉਹਨੂੰ ਵੀ ਜਦੋਂ ਦਰੀ ਦੀ ਜ਼ਰੂਰਤ ਪਏਗੀ ਤੇ ਉਹ ਵੀ ਤੁਹਾਡੇ ਕੋਲ ਦਰੀ ਖਰੀਦੇਗਾ। ਦੂਸਰਾ ਇਹ ਕਿ ਇਹ ਸਾਡੇ ਕੰਮ ਦੇ ਵਿੱਚ ਕਮਿਸ਼ਨ ਚੱਲਦੀ ਹੈ ਖਰੀਦਦਾਰੀ ਵਿੱਚ, ਅਸੀਂ ਨਾ ਵੀ ਲਈਏ ਤਾਂ ਵੀ ਉਹਨਾਂ ਰੱਖੀ ਹੁੰਦੀ ਹੈ। ਤੇ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਅੱਜ ਦੀ ਦਿਹਾੜੀ ਜਿਹੜੀ ਹੈ ਨਾ, ਜਿਹੜਾ ਤੁਸੀਂ ਖਰਚਾ ਕਰਨਾ ਹੈ, ਸਾਡੇ ਨਾਲ ਚੱਲੋ, ਜਿਹੜਾ ਤੁਹਾਡਾ ਟਾਈਮ ਲੱਗੇਗਾ ਉਹਦਾ ਤੁਹਾਨੂੰ ਫਾਇਦਾ ਹੋਏਗਾ। ਇਸ ਤਰ੍ਹਾਂ ਉਹਨਾਂ ਮੇਰੇ ਨਾਲ ਤਾਵਨ ਕਰਨ ਦੀ ਕੋਸ਼ਿਸ਼ ਕੀਤੀ। ਤੇ ਦੋਸਤੋ, ਇਹ ਥੋੜ੍ਹੀ ਜਿਹੀ ਸਟੋਰੀ ਸੁਣਾਉਣ ਦਾ ਮਕਸਦ ਇਹ ਸੀ ਕਿ ਅੱਲਾਹ ਤਾਲਾ ਦੀ ਜ਼ਾਤ ਉੱਤੇ, ਤੇ ਦੋਸਤੋ ਇਹ ਥੋੜ੍ਹੀ ਜਿਹੀ ਸਟੋਰੀ ਸੁਣਾਉਣ ਦਾ ਮਕਸਦ ਇਹ ਸੀ ਕਿ ਅੱਲਾਹ ਤਾਲਾ ਦੇ ਕਹੇ ਹੋਏ ਜਿਹੜੇ ਹੁਕਮ ਨੇ ਉਹਨਾਂ ਦੇ ਉੱਤੇ ਅਗਰ ਅਮਲ ਕਰੀਏ ਤੇ ਨੁਕਸਾਨ ਨਹੀਂ ਹੁੰਦੇ। ਇਨਸਾਨ ਦਾ ਰਿਜ਼ਕ ਵੱਧਦਾ ਹੈ, ਘਟਦਾ ਨਹੀਂ। ਇਹ ਵੀ ਅੱਜ ਦੀ ਸਟੋਰੀ ਦਾ ਮੈਸੇਜ। ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਨੇ ਆ ਤੇ ਅਗਲੀ ਵੀਡੀਓ ਲਈ ਇਜਾਜ਼ਤ ਦਿਓ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਿਰ ਹੋਵੇ। ਅੱਲਾਹ ਨਿਗਹਿਬਾਨ।